ਜੀਵਨ ਕੌਤਕ ਸੰਤ ਬਾਬਾ ਮਹਾਰਾਮ ਸਿੰਘ ਜੀ ਭਾਗ ਪਹਿਲਾ। ਨਿਜਰਾਂ ਦੀ ਪੰਡੋਰੀ। ਸੰਤ ਮਾਲ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਨੌਕਰੀ ਕਰਦੇ ਸਨ। ਸੰਤ ਮਸਤਾਨ ਸਿੰਘ ਜੀ ਦਾ ਉਪਦੇਸ਼ ਲੈ ਕੇ ਨੌਕਰੀ ਛੱਡ ਕੇ ਘਰ ਆ ਗਏ। ਘਰੋਂ ਫਿਰ ਆਪਣੇ ਗੁਰੂ ਪਾਸ ਪੰਡੋਰੀ ਨਿਜਰਾਂ ਰਹੇ। ਫਿਰ ਕੋਈ ਸਮਾਂ ਸੂਸ ਪਿੰਡ ਰਹੇ। ਇੱਥੋਂ ਚੱਲ ਕੇ ਬਿਆਸ ਕਿਨਾਰੇ ਖਿਲਵੀ ਨਗਰ ਆ ਕੇ ਰਹੇ। ਪਿੰਡ ਪੰਡੋਰੀ ਨਿਜਰਾਂ ਆ ਕੇ ਟਿਕ ਗਏ। ਆਪ ਬੜੇ ਬੀਤਰਾਗ ਮਹਾਤਮਾ ਸਨ ਅਤੇ ਵਿਦਵਾਨ ਵੀ ਪੂਰਨ ਸਨ। ਪੰਡੋਰੀ ਰਹਿ ਕੇ 26 ਸਾਲ ਸਮਾਂ ਪੂਰਾ ਕਰਕੇ ਸੰਮਤ 1411 ਬਿਕਰਮੀ ਨੂੰ ਸੱਚਖੰਡ ਗਮਨ ਕਰ ਗਏ। ਇਤਿਹਾਸ ਨਿਰਮਲ ਭੇਖ ਵਿੱਚੋਂ ਪੰਨਾ 340। ਧੰਨਵਾਦ ਸਹਿਤ। ਸੰਤ ਮਾਲ ਸਿੰਘ ਜੀ ਨਿਜਰਾਂ ਦੀ ਪੰਡੋਰੀ ਤੋਂ ਚੜ੍ਹਦੇ ਵਾਲੇ ਪਾਸੇ ਥੋੜ੍ਹੀ ਹੀ ਦੂਰ ਇੱਕ ਡੇਰੇ ਵਿੱਚ ਰਹਿੰਦੇ ਸਨ। ਇਹਨਾਂ ਕੋਲ ਸਿਖਿਆਰਥੀ ਵਿਦਿਆ ਪੜ੍ਹਨ ਲਈ ਆਉਂਦੇ ਰਹਿੰਦੇ ਸਨ। ਇੱਥੇ ਵਿਦਿਆ ਦਾ ਲੰਗਰ ਅਤੇ ਅੰਨ ਦਾ ਲੰਗਰ ਦੋਨੋਂ ਹੀ ਚੱਲਦੇ ਸਨ। ਸੋ ਬਾਬਾ ਜੀ ਇਹਨਾਂ ਪਾਸ ਗੁਰੂਆਂ ਦੀ ਚਿੱਠੀ ਲੈ ਕੇ ਪਹੁੰਚ ਗਏ। ਪਹੁੰਚਣ ਤੋਂ ਬਾਅਦ ਸੰਤਾਂ ਨੇ ਚਿੱਠੀ ਪੜ੍ਹ ਕੇ ਇੱਕ ਵੱਖਰਾ ਕਮਰਾ ਦੇ ਦਿੱਤਾ। ਆਪ ਉੱਥੇ ਰਹਿਣ ਲੱਗ ਪਏ। ਉਹਨਾਂ ਸੰਤਾਂ ਕੋਲ ਹੋਰ ਵੀ ਵਿਦਿਆਰਥੀ ਰਹਿੰਦੇ ਸਨ, ਪਰੰਤੂ ਉਹਨਾਂ ਨੇ ਆਪਸ ਵਿੱਚ ਹੱਸਣਾ ਖੇਡਣਾ, ਪਰ ਬਾਬਾ ਜੀ ਆਨੰਦ ਮਗਨ ਹੀ ਰਹਿੰਦੇ ਸਨ। ਨਾ ਕਿਸੇ ਕੋਲ ਜਾਣਾ, ਜੇ ਕਿਸੇ ਨੇ ਇਹਨਾਂ ਕੋਲ ਆ ਜਾਣਾ ਤਾਂ ਵੀ ਕੋਈ ਗੱਲ ਨਾ ਕਰਨੀ। ਜੇ ਸੇਵਾਦਾਰ ਨੇ ਬੁਲਾਉਣ ਦੀ ਕੋਸ਼ਿਸ਼ ਵੀ ਕਰਨੀ ਤਾਂ ਅੱਗੋਂ ਕੋਈ ਜਵਾਬ ਹੀ ਨਾ ਦੇਣਾ। ਇਸ ਤਰ੍ਹਾਂ ਕੁਝ ਸਮਾਂ ਬੀਤਿਆ। ਇੱਕ ਦਿਨ ਸੰਤ ਮਾਲ ਸਿੰਘ ਜੀ ਨੇ ਸਾਰੇ ਵਿਦਿਆਰਥੀਆਂ ਨੂੰ ਇਕੱਠੇ ਕਰਕੇ ਪੁੱਛਿਆ, ਜਿਹੜਾ ਸੰਤ ਸਾਡੇ ਕੋਲ ਸੰਤ ਰਾਮ ਸਿੰਘ ਜੀ ਦੀ ਚਿੱਠੀ ਲੈ ਕੇ ਆਇਆ ਹੈ, ਉਹ ਕੀ ਕਰਦਾ ਹੈ? ਉਹਨਾਂ ਨੇ ਕਿਹਾ, ਜੀ ਉਹ ਤਾਂ ਆਪਣੇ ਕਮਰੇ ਵਿੱਚ ਹੀ ਰਹਿੰਦਾ ਹੈ ਜਾਂ ਕਦੇ ਬਾਹਰ ਨੂੰ ਚਲਾ ਜਾਂਦਾ ਹੈ। ਬੋਲਦਾ ਚਾਲਦਾ ਕਿਸੇ ਨਾਲ ਵੀ ਨਹੀਂ। ਕਦੇ ਸ਼ਾਮ ਨੂੰ ਲੰਗਰ ਵਿੱਚੋਂ ਰੋਟੀ ਛਕ ਲੈਂਦਾ ਹੈ। 8 ਪਹਿਰਾਂ ਵਿੱਚ ਇੱਕ ਵਾਰੀ ਛਕਦਾ ਹੈ। ਫਿਰ ਲਾਂਗਰੀ ਸਿੰਘ ਨੂੰ ਬੁਲਾ ਕੇ ਪੁੱਛਿਆ। ਉਸ ਨੇ ਦੱਸਿਆ 8 ਪਹਿਰਾਂ ਬਾਅਦ ਵੱਧ ਤੋਂ ਵੱਧ ਇੱਕ ਪ੍ਰਸ਼ਾਦਾ ਹੀ ਛਕਦਾ ਹੈ। ਇਸ ਤੋਂ ਬਿਨਾਂ ਕਦੇ ਕੁਝ ਨਹੀਂ ਮੰਗਿਆ। ਇਹ ਸੁਣ ਕੇ ਸੰਤ ਮਾਲ ਸਿੰਘ ਜੀ ਚੁੱਪ ਕਰ ਗਏ। ਕੁਝ ਦਿਨਾਂ ਤੋਂ ਬਾਅਦ ਇੱਕ ਦਿਨ ਸੰਤ ਮਾਲ ਸਿੰਘ ਜੀ ਡੇਰੇ ਵਿੱਚ ਫਿਰਦੇ ਫਿਰਦੇ ਬਾਬਾ ਜੀ ਦੇ ਕਮਰੇ ਦੇ ਅੱਗੇ ਆ ਗਏ ਤੇ ਬਾਬਾ ਜੀ ਅੰਦਰ ਬੈਠੇ ਸਨ। ਬਾਬਾ ਜੀ ਸੰਤਾਂ ਨੂੰ ਦੇਖ ਕੇ ਸਤਿਕਾਰ ਨਾਲ ਉੱਠ ਖਲੋਤੇ ਤੇ ਉਹਨਾਂ ਨੇ ਵੀ ਉਹਨਾਂ ਦੀ ਰਹਿਣੀ ਬਹਿਣੀ ਦੇਖ ਕੇ ਚੰਗਾ ਸਤਿਕਾਰ ਕੀਤਾ ਤੇ ਕਿਹਾ, ਜੇ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਮੰਗ ਲਿਆ ਕਰੋ। ਇਤਨਾ ਬਚਨ ਕਰਕੇ ਸੰਤ ਵਾਪਸ ਮੁੜ ਆਏ। ਉਸ ਤੋਂ ਬਾਅਦ ਐਸਾ ਸਮਾਂ ਆਇਆ, ਬਾਬਾ ਜੀ ਨੇ ਆਪਣੇ ਕਮਰੇ ਅੰਦਰ ਵੜ ਕੇ ਬੂਹਾ ਅੰਦਰੋਂ ਬੰਦ ਕਰ ਲਿਆ ਅਤੇ 4 ਦਿਨ ਅੰਦਰ ਹੀ ਰਹੇ। ਚੌਥੇ ਦਿਨ ਸੇਵਾਦਾਰਾਂ ਨੇ ਸੰਤਾਂ ਕੋਲ ਜ਼ਿਕਰ ਕੀਤਾ, ਜੋ ਨਵਾਂ ਸੰਤ ਆਇਆ ਹੈ ਉਹ 4 ਦਿਨਾਂ ਤੋਂ ਅੰਦਰ ਹੀ ਬੈਠਾ ਹੈ। ਉਹਨਾਂ ਨੇ ਕਿਹਾ, ਜਾਓ ਪਤਾ ਕਰੋ। ਜਦੋਂ ਸੇਵਾਦਾਰਾਂ ਨੇ ਆ ਕੇ ਵੇਖਿਆ, ਦਰਵਾਜ਼ਾ ਅੰਦਰੋਂ ਬੰਦ ਸੀ। ਸੇਵਾਦਾਰਾਂ ਨੇ ਸੰਤਾਂ ਨੂੰ ਜਾ ਕੇ ਦੱਸਿਆ, ਬੂਹਾ ਅੰਦਰੋਂ ਬੰਦ ਕਰੀ ਬੈਠਾ ਹੈ। ਅਸੀਂ ਆਵਾਜ਼ਾਂ ਵੀ ਮਾਰੀਆਂ ਤੇ ਖੜਕਾ ਵੀ ਕੀਤਾ, ਪਰ ਬੋਲਦਾ ਨਹੀਂ। ਸੰਤ ਮਾਲ ਸਿੰਘ ਜੀ ਉੱਠ ਕੇ ਆਏ ਤੇ ਬੂਹਾ ਖੜਕਾਇਆ, ਪਰ ਬਾਬਾ ਜੀ ਨੇ ਕੋਈ ਆਵਾਜ਼ ਨਾ ਦਿੱਤੀ। ਫਿਰ ਉਹਨਾਂ ਨੇ ਸੇਵਾਦਾਰਾਂ ਤੋਂ ਤਖਤੇ ਦੀ ਚੂਲ ਪੁੱਟ ਕੇ ਵੇਖਿਆ ਕਿ ਬਾਬਾ ਜੀ ਅੰਦਰ ਚੌਂਕੜਾ ਮਾਰ ਕੇ ਸਮਾਧੀ ਵਿੱਚ ਬੈਠੇ ਸਨ। ਉਹ ਵੇਖ ਕੇ ਵਾਪਸ ਚਲੇ ਗਏ ਤੇ ਬੁਲਾਇਆ ਨਹੀਂ। ਤਖਤੇ ਨੂੰ ਉਸੇ ਤਰ੍ਹਾਂ ਗੇਟ ਲਾ ਦਿੱਤਾ ਤੇ ਸੇਵਾਦਾਰਾਂ ਨੂੰ ਕਿਹਾ, ਕਿਸੇ ਨੇ ਦਰਵਾਜ਼ੇ ਦੇ ਨੇੜੇ ਨਹੀਂ ਜਾਣਾ। ਜਦੋਂ ਇਹ ਆਪਣੇ ਆਪ ਬਾਹਰ ਆਉਣ ਤਾਂ ਸਾਨੂੰ ਦੱਸ ਦੇਣਾ। ਉਸ ਦਿਨ ਸ਼ਾਮ ਨੂੰ ਬਾਬਾ ਜੀ ਨੇ ਸਮਾਧੀ ਖੋਲ੍ਹੀ ਤੇ ਬਾਹਰ ਆਏ। ਸੇਵਕਾਂ ਨੇ ਸੰਤਾਂ ਨੂੰ ਖਬਰ ਕਰ ਦਿੱਤੀ ਤਾਂ ਸੰਤ ਸਤਿਕਾਰ ਨਾਲ ਆ ਕੇ ਮਿਲੇ। ਪਹਿਲਾਂ ਉਹਨਾਂ ਨੇ ਜਲ ਪਾਣੀ ਪੁੱਛਿਆ ਤਾਂ ਬਾਬਾ ਜੀ ਨੇ ਦੁੱਧ ਮੰਗਿਆ। ਦੁੱਧ ਛਕ ਕੇ ਫਿਰ ਬਾਹਰ ਨੂੰ ਚਲੇ ਗਏ। ਜਦੋਂ ਬਾਹਰੋਂ ਮੁੜੇ ਤਾਂ ਕਮਰੇ ਵਿੱਚ ਹੀ ਆ ਕੇ ਬਿਰਾਜ ਗਏ। ਕੁਝ ਦਿਨਾਂ ਤੋਂ ਬਾਅਦ ਸੰਤ ਮਾਲ ਸਿੰਘ ਜੀ ਨੇ ਬਾਬਾ ਜੀ ਨੂੰ ਆਪਣੇ ਕੋਲ ਬੁਲਾ ਕੇ ਗੱਲਬਾਤ ਚਲਾਈ। ਕਿਉਂਕਿ ਸੰਤ ਮਾਲ ਸਿੰਘ ਜੀ ਤਕੜੇ ਵਿਦਵਾਨ ਕਮਾਈ ਵਾਲੇ ਸਨ। ਕੁਝ ਪਰਮਾਰਥ ਬਾਰੇ ਬਾਬਾ ਜੀ ਨਾਲ ਪ੍ਰਸ਼ਨ ਕੀਤੇ। ਬਾਬਾ ਜੀ ਨੇ ਯਥਾਯੋਗ ਉਹਨਾਂ ਦੇ ਉੱਤਰ ਦਿੱਤੇ। ਸੰਤ ਉੱਤਰ ਸੁਣ ਕੇ ਬੜੇ ਪ੍ਰਸੰਨ ਹੋਏ। ਫਿਰ ਸੰਤਾਂ ਨੇ ਨਿਤਨੇਮ ਬਾਰੇ ਪੁੱਛਿਆ ਤੇ ਆਪ ਜੀ ਨੇ ਜਪਜੀ ਸਾਹਿਬ ਦੇ ਪਾਠਾਂ ਦਾ ਅਤੇ ਮੂਲ ਮੰਤਰ ਦੇ ਸਿਮਰਨ ਦਾ ਨਿਤਨੇਮ ਦੱਸਿਆ। ਉੱਤਰ ਸੁਣ ਕੇ ਸੰਤ ਬਹੁਤ ਪ੍ਰਸੰਨ ਹੋਏ ਤੇ ਕਿਹਾ ਕਿ ਤੁਸੀਂ ਧੰਨ ਹੋ। ਇਸ ਤਰ੍ਹਾਂ ਕਹਿ ਕੇ ਹੱਥ ਜੋੜ ਕੇ ਆਪਣੇ ਵੱਲੋਂ ਸਤਿਕਾਰ ਕੀਤਾ। ਬਾਬਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਜੀ ਤੁਸੀਂ ਸਾਡੇ ਦਾਦਾ ਗੁਰੂ ਹੋ। ਤਾਂ ਸੰਤਾਂ ਨੇ ਕਿਹਾ, ਉਮਰ ਕਰਕੇ
ਜਾਂ ਜਨਮ ਕਰਕੇ ਕੋਈ ਵੱਡਾ ਨਹੀਂ ਬਣਦਾ, ਕਮਾਈ ਹੀ ਵੱਡੀ ਹੈ। ਜੋ ਕਮਾਈ ਕਰੇਗਾ ਉਹ ਸਤਿਕਾਰਯੋਗ ਹੈ। ਸੰਤਾਂ ਨੇ ਪੁੱਛਿਆ, ਕੋਈ ਫੁਰਨਾ ਤਾਂ ਨਹੀਂ ਬਣਿਆ? ਬਾਬਾ ਜੀ ਨੇ ਜਵਾਬ ਦਿੱਤਾ, ਕਈ ਵਾਰੀ ਸੰਤ ਰਾਮ ਸਿੰਘ ਜੀ ਕੋਲ ਰਹਿੰਦਿਆਂ ਤੋਂ ਭਗਤਾਂ ਦੀ ਬਾਣੀ ਪੜ੍ਹਦਿਆਂ ਹੋਇਆਂ ਅਸੀਂ ਇਹ ਪੰਕਤੀਆਂ ਸੁਣੀਆਂ ਸਨ। ਓਏ ਪਰਮ ਪੁਰਖ ਦੇਵਾਦ ਦੇਵ, ਭਗਤ ਹੇਤ ਨਰਸਿੰਘ ਭੇਵ। ਫਿਰ ਅਸੀਂ ਸੰਤ ਰਾਮ ਸਿੰਘ ਜੀ ਕੋਲ ਬੇਨਤੀ ਕੀਤੀ ਸੀ ਕਿ ਨਰਸਿੰਘ ਜੀ ਦੇ ਵੀ ਦਰਸ਼ਨ ਹੋ ਸਕਦੇ ਹਨ। ਉਹਨਾਂ ਨੇ ਕਿਹਾ, ਕਮਾਈ ਕਰਨ ਵਾਲਿਆਂ ਨੂੰ ਸਭ ਕੁਝ ਹੋ ਸਕਦਾ ਹੈ। ਫਿਰ ਅਸੀਂ ਉਹਨਾਂ ਨੂੰ ਪੁੱਛਿਆ ਕਿ ਕਿਸ ਤਰ੍ਹਾਂ, ਤਾਂ ਉਹਨਾਂ ਨੇ ਉੱਤਰ ਦਿੱਤਾ ਸੀ, ਨਰਸਿੰਘ ਦਾ ਅਵਤਾਰ ਭਗਤ ਪ੍ਰਹਿਲਾਦ ਦੀ ਰੱਖਿਆ ਕਰਨ ਵਾਸਤੇ ਹੋਇਆ ਸੀ। ਉਸ ਤੋਂ ਬਾਅਦ ਨਰਸਿੰਘ ਦੀ ਕਿਸੇ ਨੇ ਉਪਾਸਨਾ ਨਹੀਂ ਕੀਤੀ, ਨਾ ਇਹ ਪ੍ਰਤੱਖ ਹੋਏ ਹਨ। ਉਸ ਤੋਂ ਬਾਅਦ ਸਾਨੂੰ ਕੋਈ ਫੁਰਨਾ ਨਹੀਂ ਹੋਇਆ। ਤਾਂ ਸੰਤ ਮਾਲ ਸਿੰਘ ਜੀ ਨੇ ਕਿਹਾ, ਹਾਂ ਠੀਕ ਹੈ, ਪਰ ਨਰਸਿੰਘ ਦੀ ਪ੍ਰੀਖਿਆ ਬੜੀ ਕੜਵੀ ਹੈ, ਉਹਨਾਂ ਦਾ ਦਰਸ਼ਨ ਬੜਾ ਤੇਜ਼ ਵਾਲਾ ਹੈ। ਪਰ ਤੁਸੀਂ ਜਿਸ ਤਰ੍ਹਾਂ ਕਠਿਨ ਕਮਾਈ ਕਰ ਰਹੇ ਹੋ, ਇਸ ਅੱਗੇ ਕੋਈ ਵੱਡੀ ਗੱਲ ਨਹੀਂ ਹੈ। ਜੇ ਤੁਸੀਂ ਚਾਹੋਗੇ ਤਾਂ ਹੋ ਜਾਣਗੇ। ਇਸ ਤਰ੍ਹਾਂ ਬਚਨ ਕਰਕੇ ਸੰਤ ਮਲ ਸਿੰਘ ਜੀ ਨੇ ਸ੍ਰੀ ਨਰਸਿੰਘ ਕਵਚ ਨਾਮ ਦਾ ਇੱਕ ਸ਼ਬਦ ਦੱਸਿਆ। ਕਿਹਾ ਕਿ ਇਸ ਦੇ 5 ਪਾਠ ਰੋਜ਼ ਸ਼ਾਮ ਵੇਲੇ ਕਰ ਲਿਆ ਕਰੋ। ਸੰਤਾਂ ਨੇ ਕਿਹਾ, ਆਪਣਾ ਨਿਸ਼ਾਨਾ ਤਾਂ ਗੁਰੂ ਨਾਨਕ ਨਿਰੰਕਾਰ ਹੀ ਹੈ। ਇਸ ਤੋਂ ਬਾਅਦ ਬਾਬਾ ਜੀ ਉੱਠ ਕੇ ਆਪਣੇ ਕਮਰੇ ਵਿੱਚ ਚਲੇ ਗਏ। ਇਸ ਬਚਨ ਤੋਂ ਕੁਝ ਦਿਨਾਂ ਬਾਅਦ ਸੰਤ ਮਲ ਸਿੰਘ ਜੀ ਡੇਰੇ ਵਿੱਚ ਫਿਰਦੇ ਫਿਰਦੇ ਬਾਬਾ ਜੀ ਦੇ ਕਮਰੇ ਵੱਲ ਚਲੇ ਗਏ। ਜਾ ਕੇ ਬੂਹੇ ਅੱਗੇ ਖਲੋ ਗਏ। ਬਾਬਾ ਜੀ ਸਮਾਧੀ ਵਿੱਚ ਬੈਠੇ ਰਹੇ। ਉਸ ਵਕਤ ਸੰਤਾਂ ਨੂੰ ਬਾਬਾ ਜੀ ਦੀ ਥਾਂ ਨਰਸਿੰਘ ਦਾ ਰੂਪ ਦਿਸਿਆ ਅਤੇ ਬੇਅੰਤ ਤੇਜ਼ ਨਜ਼ਰ ਆਇਆ। ਤਾਂ ਸੰਤਾਂ ਨੇ ਆਵਾਜ਼ ਦੇ ਕੇ ਬਾਬਾ ਜੀ ਨੂੰ ਕਿਹਾ, ਮਹਾਂਪੁਰਖੋ ਸੰਭਲ ਜਾਓ। 3 ਵਾਰ ਇਹ ਆਵਾਜ਼ ਦਿੱਤੀ। ਆਵਾਜ਼ ਸੁਣ ਕੇ ਬਾਬਾ ਜੀ ਨੇ ਨੇਤਰ ਖੋਲ੍ਹੇ ਤਾਂ ਸੰਤਾਂ ਨੇ ਕਿਹਾ, ਤੁਸੀਂ ਤਾਂ ਆਪ ਨਰਸਿੰਘ ਬਣੇ ਬੈਠੇ ਹੋ। ਬਾਬਾ ਜੀ ਨੇ ਕਿਹਾ, ਜੀ ਸਾਨੂੰ ਤਾਂ ਕੋਈ ਪਤਾ ਨਹੀਂ। ਸੰਤਾਂ ਨੇ ਕਿਹਾ, ਅਸੀਂ ਪ੍ਰਤੱਖ ਸਭ ਕੁਝ ਦੇਖਿਆ ਹੈ ਅਤੇ ਤੁਹਾਡੀ ਇੱਛਾ ਪੂਰੀ ਹੋ ਗਈ ਹੈ। ਬਾਬਾ ਜੀ ਨੇ ਕਿਹਾ, ਜੀ ਸਾਨੂੰ ਤਾਂ ਦਰਸ਼ਨ ਨਹੀਂ ਹੋਏ। ਤਾਂ ਸੰਤ ਮਲ ਸਿੰਘ ਜੀ ਨੇ ਕਿਹਾ, ਜਦੋਂ ਆਪ ਹੀ ਉਹਨਾਂ ਦਾ ਰੂਪ ਹੋ ਗਏ ਤਾਂ ਦਰਸ਼ਨ ਵਾਲੀ ਗੱਲ ਪਿੱਛੇ ਤਾਂ ਨਹੀਂ ਰਹਿ ਗਈ। ਚਲੋ ਕਿਤੇ ਦਰਸ਼ਨ ਵੀ ਹੋ ਜਾਣਗੇ। ਫਿਰ ਸੰਤ ਮਲ ਸਿੰਘ ਜੀ ਨੇ ਆਪ ਜੀ ਦਾ ਨਾਮ ਪੁੱਛਿਆ। ਆਪ ਜੀ ਨੇ ਦੱਸਿਆ, ਜੀ ਸੰਤ ਰਾਮ ਸਿੰਘ ਜੀ ਨੇ ਮੇਰਾ ਨਾਮ ਹਰਨਾਮ ਸਿੰਘ ਰੱਖਿਆ ਹੈ। ਸੰਤ ਮਲ ਸਿੰਘ ਜੀ ਨੇ ਕਿਹਾ, ਨਹੀਂ, ਤੁਹਾਡਾ ਨਾਮ ਮਹਾਂ ਹਰਨਾਮ ਸਿੰਘ ਹੈ, ਪਰ ਹੁਣ ਤੁਸੀਂ ਇੱਥੋਂ ਚਲੇ ਜਾਓ, ਆਪਣੀ ਇੱਛਾ ਅਨੁਸਾਰ ਵਿਚਰੋ। ਇਹ ਸਾਡੀ ਬੇਨਤੀ ਹੈ, ਹੁਕਮ ਨਹੀਂ। ਕਿਤੇ ਸਾਡਾ ਸੇਵਾਦਾਰ ਤੁਹਾਡੀ ਬੇਅਦਬੀ ਕਰ ਦੇਵੇ, ਫਿਰ ਮੁਸ਼ਕਲ ਬਣ ਜਾਏਗੀ। ਤਾਂ ਆਪ ਜੀ ਨੇ ਪੁੱਛਿਆ, ਮੈਂ ਕਿੱਥੇ ਜਾਵਾਂ? ਤਾਂ ਸੰਤਾਂ ਨੇ ਕਿਹਾ ਕਿ ਸਾਰੀ ਧਰਤੀ ਤੁਹਾਡੀ ਹੀ ਹੈ। ਤੁਹਾਡੇ ਰਹਿਣ ਵਾਲੀ ਪਵਿੱਤਰ ਧਰਤੀ ਅੰਮ੍ਰਿਤਸਰ ਹੈ, ਉੱਥੇ ਪਹੁੰਚ ਜਾਓ। ਸੋ ਇਸ ਤਰ੍ਹਾਂ ਉਹਨਾਂ ਦਾ ਬਚਨ ਮੰਨ ਕੇ ਅੰਮ੍ਰਿਤਸਰ ਵੱਲ ਹੋ ਤੁਰੇ। ਸੁਣਿਆ ਹੈ ਇੱਥੇ ਸੰਤ ਕਾਹਨ ਸਿੰਘ ਜੀ ਸੰਤ ਮਲ ਸਿੰਘ ਜੀ ਦੇ ਚੇਲੇ ਸਨ। ਉਹਨਾਂ ਦੇ ਪਾਸ ਆ ਕੇ ਟਿਕ ਗਏ। ਸ੍ਰੀ ਅੰਮ੍ਰਿਤਸਰ ਨਿਵਾਸ ਦਰਸ਼ਨ ਹੋਣੇ ਤੇ ਘਰ ਪਹੁੰਚਣਾ। ਸ੍ਰੀ ਅੰਮ੍ਰਿਤਸਰ ਰਹਿੰਦਿਆਂ ਇਹ ਨਿਯਮ ਰੱਖਿਆ ਕਿ ਰਾਤ ਢਲਣਸਾਰ ਹੀ ਸਰੋਵਰ ਵਿੱਚ ਇਸ਼ਨਾਨ ਕਰਕੇ ਕਿਤੇ ਪਰਿਕਰਮਾ ਵਿੱਚ ਚੌਂਕੜਾ ਮਾਰ ਕੇ ਧਿਆਨ ਸਥਿਤ ਹੋ ਜਾਣਾ। ਇਸ ਵੇਲੇ ਸੰਗਤ ਦੀ ਆਵਾਜਾਈ ਸ਼ੁਰੂ ਹੋ ਜਾਣੀ। ਉਸ ਵਕਤ ਉੱਥੋਂ ਉੱਠ ਕੇ ਕਦੇ ਬਾਬਾ ਅਟੱਲ ਵਾਲੀ ਜਗ੍ਹਾ ਕੋਲ ਆ ਬੈਠਣਾ, ਕਦੇ ਬਾਹਰ ਜੰਗਲ ਵੱਲ ਚਲੇ ਜਾਣਾ। ਸਾਰਾ ਦਿਨ ਬਾਹਰ ਰਹਿਣ ਤੋਂ ਬਾਅਦ ਸ਼ਾਮ ਨੂੰ ਸ਼ਹਿਰ ਵਿੱਚ ਆ ਕੇ ਬਾਬਾ ਅਟੱਲ ਸਾਹਿਬ ਜੀ ਕੋਲ ਇੱਕ ਹਲਵਾਈ ਤੋਂ ਦੁੱਧ ਲੈ ਲੈਣਾ। ਕਦੀ ਸੰਤ ਮਸਤਾਨ ਸਿੰਘ ਜੀ ਦੀ ਧਰਮਸ਼ਾਲਾ ਪਹੁੰਚ ਕੇ ਲੰਗਰ ਵਿੱਚ ਅੰਨ ਛਕ ਲੈਣਾ। ਫਿਰ ਪਰਿਕਰਮਾ ਵਿੱਚ ਆ ਕੇ ਰਾਤ ਨੂੰ ਠਹਿਰ ਜਾਣਾ। ਇਸ ਤਰ੍ਹਾਂ ਬਹੁਤ ਸਮਾਂ, ਕਦੇ ਦੁੱਧ, ਕਦੇ ਇੱਕ ਜਾਂ ਅੱਧਾ ਫੁਲਕਾ ਛਕਣਾ। 8 ਪਹਿਰ ਬਾਅਦ ਹੀ ਇਹ ਭੋਜਨ ਕਰਨਾ। ਇਸ ਤਰ੍ਹਾਂ ਇੱਥੇ ਤਕਰੀਬਨ 8, 9, 10 ਸਾਲ ਦਾ ਸਮਾਂ ਲਾਇਆ। ਇੰਨੇ ਸਮੇਂ ਵਿੱਚ ਹੀ 7,25,000 ਪਾਠ ਸ੍ਰੀ ਜਪਜੀ ਸਾਹਿਬ ਦੇ ਕੀਤੇ। ਇਹ ਉਹਨਾਂ ਦਾ ਆਪਣਾ ਦੱਸਿਆ ਹੋਇਆ ਬਚਨ ਹੈ। ਇਸ ਦੇ ਨਾਲ ਮੂਲ ਮੰਤਰ ਦਾ ਸਿਮਰਨ ਵੀ ਅਟੁੱਟ ਕਰਦੇ ਰਹੇ। ਇਹਨਾਂ ਦਿਨਾਂ ਵਿੱਚ ਹੀ ਇੱਕ ਦਿਨ ਬਾਹਰ ਇਕਾਂਤ ਵਿੱਚ ਬੈਠੇ ਸਨ। ਸੁੱਤੇ ਮਨ ਵਿੱਚ ਖਿਆਲ ਆਇਆ ਕਿ ਅਜੇ ਨਰਸਿੰਘ ਜੀ ਦੇ ਦਰਸ਼ਨ ਨਹੀਂ ਹੋਏ। ਖਿਆਲ ਆਉਣ ਦੀ ਦੇਰ ਹੀ ਸੀ ਕਿ ਉਸੇ ਵੇਲੇ ਆਵਾਜ਼ ਆਈ, ਸਾਡੀ ਖੁਰਾਕ ਸਾਨੂੰ ਦੇ ਦਿਓ, ਦਰਸ਼ਨ ਕਰ ਲਵੋ। ਹੈਰਾਨ ਹੋ ਕੇ ਇੱਧਰ ਉੱਧਰ ਦੇਖਿਆ ਕਿ ਆਵਾਜ਼ ਕਿੱਥੋਂ ਆਈ ਹੈ। ਦਿਖਾਈ ਕੁਝ ਨਾ ਦਿੱਤਾ, ਪਰ ਆਵਾਜ਼ ਫਿਰ ਉਸੇ ਤਰ੍ਹਾਂ ਹੀ ਆਈ। ਆਪ ਸਮਝ ਗਏ। ਕਿਹਾ, ਖੁਰਾਕ ਹੈ ਕੀ ਦੇਵਾਂ? ਜਵਾਬ ਆਇਆ, 1 ਤੋਲਾ ਸੈਂਖੀਆ ਖਾ ਲਵੋ, ਇਹ ਸਾਡੀ ਖੁਰਾਕ ਹੈ।
ਉੱਠ ਖਲੋਤੇ, ਸ਼ਹਿਰ ਆ ਗਏ। ਦਿਨ ਚੜ੍ਹੇ ਤੋਂ ਉਸੇ ਹਲਵਾਈ ਨੂੰ ਦੱਸ ਕੇ 1 ਤੋਲਾ ਸੰਖੀਆ ਮੰਗਵਾ ਲਿਆ ਤੇ ਰਗੜ ਕੇ ਪੁੜੀ ਬੰਨ੍ਹ ਲਈ ਅਤੇ ਉੱਥੋਂ ਚੱਲ ਪਏ। ਚੱਲਦੇ ਚੱਲਦੇ ਜਲੰਧਰ ਦੇ ਨੇੜੇ ਪਹੁੰਚ ਗਏ। ਉੱਥੋਂ ਕਿਸੇ ਘਰੋਂ ਦੁੱਧ ਮੰਗ ਲਿਆ। ਅੱਗੇ ਇੱਕ ਛੋਟੀ ਜਿਹੀ ਹਲਵਾਈ ਦੀ ਦੁਕਾਨ ਸੀ। ਉਸ ਤੋਂ ਬਰਫੀ ਲੈ ਕੇ ਇੱਕ ਟੁਕੜੀ ਵਿੱਚ ਸੰਖੀਆ ਰਗੜਿਆ ਹੋਇਆ ਪਾ ਕੇ ਵਲੇਟ ਕੇ ਛਕ ਗਏ। ਉੱਤੋਂ ਦੁੱਧ ਪੀ ਗਏ ਅਤੇ ਚੱਲ ਪਏ। ਕਿਸੇ ਪਿੰਡ ਤੋਂ ਥੋੜ੍ਹੀ ਦੂਰ ਇੱਕ ਛੱਪੜ ਸੀ। ਉਸ ਦੇ ਕਿਨਾਰੇ 'ਤੇ ਆ ਕੇ ਬੈਠ ਗਏ। ਜਦੋਂ ਅੱਧੀ ਰਾਤ ਹੋਈ ਤਾਂ ਇੱਕ ਉਲਟੀ ਆਈ। ਉਸ ਤੋਂ ਬਾਅਦ ਟੱਟੀ ਆਈ। ਇਸ ਤਰ੍ਹਾਂ ਨਾਲ ਤਾਪ ਵੀ ਬੜਾ ਹੋ ਗਿਆ। ਉਲਟੀਆਂ ਟੱਟੀਆਂ ਵੀ ਆਈਆਂ, ਪਰ ਰਾਤ ਢਲਣਸਾਰ ਇਸ਼ਨਾਨ ਜਿਵੇਂ ਕਿ ਨਿਯਮ ਸੀ ਕਰ ਲਿਆ। ਇੱਕ ਦਰਖਤ ਨਾਲ ਢੋ ਲਾ ਕੇ ਨਿਤਨੇਮ ਵਿੱਚ ਜੁੜ ਗਏ, ਪਰ ਤਾਪ ਉਲਟੀਆਂ ਚੱਲਦੀਆਂ ਰਹੀਆਂ। ਸਿਮਰਨ ਨਹੀਂ ਛੱਡਿਆ। ਕਿਵੇਂ ਛੱਡਣ? ਗੁਰੂ ਵਾਕ ਹੈ, ਜੈਸੇ ਆਪਣੇ ਧਨਹਿ ਪ੍ਰਾਣੀ ਮਰਨ ਮਾਂਡੇ, ਤੈਸੇ ਸੰਤ ਜਨਾ ਰਾਮ ਨਾਮ ਨਾ ਛਾਡੇ। ਕਹਾਂ ਭਿਓ ਜੋ ਤਨ ਭਿਓ, ਛਿਨ ਛਿਨ ਪ੍ਰੇਮ ਜਾਏ ਤੋ ਡਰ ਪੇ ਤੇਰੋ ਜਨ। ਇਹ ਪ੍ਰੀਤ ਹੈ, ਸਾਰੀਆਂ ਪ੍ਰੀਤਾਂ ਵਿੱਚੋਂ ਪ੍ਰੀਤ ਹੈ। ਜਿਵੇਂ ਦੁਨੀਆਦਾਰ ਤਾਂ ਉਦੋਂ ਰੋਂਦਾ ਹੈ ਜਦੋਂ ਉਸ ਦਾ ਧਨ ਚਲਾ ਜਾਏ, ਪਰ ਮਹਾਂਪੁਰਖ ਰੱਬ ਦੇ ਪਿਆਰੇ ਉਸ ਵੇਲੇ ਸੋਚਵਾਨ ਹੁੰਦੇ ਹਨ ਜਦੋਂ ਉਹਨਾਂ ਦੀ ਪ੍ਰੀਤ ਘਟਦੀ ਹੋਵੇ। ਰਵਿਦਾਸ ਜੀ ਦਾ ਕਥਨ ਹੈ, ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੇ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੇ। ਉਹਨਾਂ ਨੂੰ ਪਤਾ ਹੈ ਕਿ ਇਹ ਪ੍ਰੀਤ ਕਿਤਨੀ ਮਹਿੰਗੀ ਹੈ, ਕਿਵੇਂ ਬਣਦੀ ਹੈ। ਇਸ ਲਈ ਉਹ ਸਾਵਧਾਨ ਹੋ ਕੇ ਇਸ ਪ੍ਰੀਤ ਨੂੰ ਨਿਭਾਉਂਦੇ ਹਨ, ਟੁੱਟਣ ਨਹੀਂ ਦਿੰਦੇ। ਪ੍ਰੀਤ ਪ੍ਰੇਮ ਤਨ ਖਾਚ ਰਿਹਾ, ਬੀਚ ਨ ਰਾਈ ਹੋਤ। ਰਾਈ ਦਾ ਦਾਣਾ ਸਭ ਤੋਂ ਛੋਟਾ ਦਾਣਾ ਹੈ, ਇਸ ਲਈ ਆਖਿਆ ਹੈ, ਮੇਰੀ ਪ੍ਰੀਤ ਵਿੱਚ ਰਾਏ ਜਿਤਨਾ ਫਰਕ ਨਾ ਪਵੇ, ਘਟੇ ਨਾ, ਵੱਧ ਭਾਵੇਂ ਕਿੰਨੀ ਜਾਵੇ। ਜਿਵੇਂ ਦੁਨੀਆਦਾਰ ਚਾਹੁੰਦਾ ਹੈ ਮੇਰੀ ਆਮਦਨ ਵਧੇ, 10 ਰੁਪਏ ਘਟ ਜਾਣ, ਕਿਤਨਾ ਸੋਚਦਾ ਹੈ, ਕਿਉਂਕਿ ਘਟੇ ਕੰਮ ਕਰਨ ਨੂੰ ਚਿੱਤ ਹੀ ਨਹੀਂ ਕਰਦਾ। ਜੇ ਕਿਤੇ 2 ਰੁਪਏ ਹੀ ਵੱਧ ਆ ਜਾਣ ਤਾਂ ਖੁਸ਼ੀ ਦਾ ਅੰਤ ਨਹੀਂ ਰਹਿੰਦਾ। ਇਵੇਂ ਹੀ ਮਹਾਂਪੁਰਖ ਨਾਮ ਧਨ ਨੂੰ ਖੱਟਦੇ ਹਨ। ਇਹ ਨਾਮ ਉਹਨਾਂ ਦਾ ਅਸਲੀ ਧਨ ਹੈ। ਇਹ ਮਿਲਦਾ ਹੈ ਪ੍ਰੀਤ ਨਾਲ, ਪ੍ਰੇਮ ਨਾਲ, ਹੋਰ ਕਿਸੇ ਤਰੀਕੇ ਨਾਲ ਨਹੀਂ ਮਿਲ ਸਕਦਾ। ਖੈਰ, ਹੁਣ ਇੱਥੇ ਅੰਮ੍ਰਿਤ ਵੇਲੇ ਇੱਕ ਭਾਰੀ ਖੜਾਕ ਹੋਇਆ, ਜਿਵੇਂ ਕਿ ਧਰਤੀ ਪਾਟ ਗਈ ਹੋਵੇ। ਨਾਲ ਹੀ ਇੱਕ ਦਿਵ ਪ੍ਰਕਾਸ਼ ਸਾਰੇ ਹੀ ਪਾਸੇ ਨਜ਼ਰ ਆਇਆ। ਉਸ ਪ੍ਰਕਾਸ਼ ਵਿੱਚੋਂ ਸ੍ਰੀ ਨਰਸਿੰਘ ਜੀ ਦੇ ਦਰਸ਼ਨ ਹੋਏ। ਨਾਲ ਹੀ 3 ਵਾਰ ਇਹ ਬਚਨ ਹੋਇਆ ਕਿ ਕਲਯੁਗ ਪ੍ਰਮਾਣ ਨਾਨਕ ਗੁਰੂ, ਕਲਯੁਗ ਪ੍ਰਮਾਣ ਨਾਨਕ ਗੁਰੂ, ਕਲਯੁਗ ਪ੍ਰਮਾਣ ਨਾਨਕ ਗੁਰੂ। ਇਸ ਦੇ ਨਾਲ ਹੀ ਉਹ ਸਰੂਪ ਅਲੋਪ ਹੋ ਗਿਆ, ਪਰ ਪ੍ਰਕਾਸ਼ ਉਸ ਤੋਂ ਵੀ ਵੱਧ ਗਿਆ। ਉਸ ਪ੍ਰਕਾਸ਼ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਰੂਪ ਪ੍ਰਤੱਖ ਹੋ ਗਿਆ। ਇਤਨਾ ਤੇਜ ਸ਼ਾਂਤਮਈ ਪ੍ਰਭਾਵ ਕਹਿਣ ਕਥਨ ਤੋਂ ਬਾਹਰ ਹੈ, ਪਰ ਮਸਤੀ ਐਸੀ ਆਈ ਕਹਿਣ ਕਥਨ ਤੋਂ ਬਾਹਰ ਹੈ। ਅਲੌਤੀ ਕਾ ਜੈਸੇ ਭਿਆ ਬਰੇਡਾ, ਜਿਨ ਪੀਆ ਤਿਨ ਜਾਣਿਆ ਗੌੜੀ ਕਬੀਰ। ਕੁਝ ਪਤਾ ਹੀ ਨਾ ਲੱਗੇ ਸਰੀਰ ਹੈ ਕਿ ਨਹੀਂ। ਇਸ ਆਨੰਦ ਵਿੱਚ ਬੈਠਿਆਂ ਨੂੰ ਬਾਕੀ ਸਮਾਂ ਕਿਵੇਂ ਲੰਘਿਆ ਪਤਾ ਹੀ ਨਾ ਲੱਗਾ। ਦਿਨੇ ਕਈ ਆਉਣ ਵਾਲੇ ਲੋਕਾਂ ਨੇ ਵੇਖ ਕੇ ਕੋਈ ਮਰਿਆ ਹੀ ਸਮਝ ਲਿਆ। ਹੌਲੀ ਹੌਲੀ ਇੱਕ ਦੂਜੇ ਤੋਂ ਸੁਣ ਕੇ ਸਭ ਨੂੰ ਪਤਾ ਲੱਗ ਗਿਆ। ਜਿਹੜੇ ਸੁਣ ਕੇ ਵੇਖਣ ਆਏ ਉਹਨਾਂ ਵਿੱਚ ਇੱਕ ਬੰਦਾ ਸਿਆਣਾ ਸੀ। ਉਸ ਨੇ ਨੇੜੇ ਹੋ ਕੇ ਵੇਖਿਆ ਤੇ ਕਿਹਾ, ਸਾਹ ਆਉਂਦਾ ਹੈ, ਬਹੁਤ ਗੌਰ ਨਾਲ ਵੇਖ ਕੇ ਮਾਲੂਮ ਹੁੰਦਾ ਹੈ। ਹੋਰ ਲੋਕ ਤਾਂ ਚਲੇ ਗਏ, ਪਰ ਇਹ ਕੋਲ ਬੈਠ ਗਿਆ। ਕੁਝ ਸਮਾਂ ਬਾਅਦ ਬਾਬਾ ਜੀ ਦੀ ਬਿਰਤੀ ਖੁੱਲ੍ਹੀ ਤੇ ਨੇਤਰ ਖੁੱਲ੍ਹ ਗਏ। ਤਾਂ ਉਸ ਨੇ ਪੁੱਛਿਆ, ਤੇਰਾ ਨਾਮ ਕੀ ਹੈ, ਕਿਹੜਾ ਪਿੰਡ ਹੈ? ਬਾਬਾ ਜੀ ਨੇ ਸਿਰਫ ਇਤਨਾ ਹੀ ਦੱਸਿਆ, ਪਿੰਡ ਮਨਸੂਰਵਾਲ ਹੈ। ਬਸ ਇਤਨਾ ਦੱਸਣ ਦੀ ਦੇਰ ਹੀ ਸੀ, ਉਸ ਨੇ ਪਛਾਣ ਲਿਆ ਤੇ ਪੁੱਛਿਆ, ਤੂੰ ਬੂੜ ਸਿੰਘ ਦਾ ਮੁੰਡਾ ਹੈ, ਮਸਤਾਨ? ਆਪ ਨੇ ਕਿਹਾ, ਹਾਂ, ਕਿਉਂਕਿ ਇਹ ਤਾਂ ਬਾਬਾ ਜੀ ਦੇ ਪਿਤਾ ਜੀ ਦਾ ਬਹੁਤ ਮਿਲਣ ਵਾਲਾ ਸੀ। ਜਦੋਂ ਘਰ ਤੋਂ ਗਏ ਸਨ ਉਸ ਵੇਲੇ ਭਾਲ ਹੋਈ ਸੀ, ਤਾਂ ਇਹ ਵੀ ਨਾਲ ਹੀ ਸੀ ਭਾਲਣ ਵਾਲਿਆਂ ਵਿੱਚ। ਪਤਾ ਨਾ ਲੱਗਣ ਕਰਕੇ ਸਭ ਘਰ ਦੇ ਚੁੱਪ ਕਰਕੇ ਬੈਠ ਗਏ ਸਨ। ਇਸ ਨੂੰ ਸਾਰੀ ਗੱਲ ਦਾ ਪਤਾ ਹੋਣ ਕਰਕੇ ਛੇਤੀ ਪਹਿਚਾਣ ਆ ਗਈ। ਫਿਰ ਉਹ ਬੰਦਾ ਬੋਲਿਆ, ਤੂੰ ਕਿੱਧਰ ਚਲਾ ਗਿਆ ਸੀ? ਤੇਰੇ ਸਾਰੇ ਘਰ ਦੇ ਤੈਨੂੰ ਭਾਲ ਭਾਲ ਕੇ ਥੱਕ ਗਏ। ਥੋੜਾ ਹੱਸ ਕੇ ਆਪ ਬੋਲੇ, ਜਿੱਥੇ ਲਿਜਾਣ ਵਾਲਾ ਲੈ ਗਿਆ। ਉਹ ਕਹਿਣ ਲੱਗਾ, ਚੱਲ ਮੇਰੇ ਨਾਲ ਘਰ ਨੂੰ, ਤੈਨੂੰ ਰੋਟੀ ਪਾਣੀ ਖਵਾ ਕੇ ਤੇਰੇ ਪਿੰਡ ਪਹੁੰਚਾਵਾਂ। ਫਿਰ ਉਸਨੇ ਬਾਹੋਂ ਫੜ ਕੇ ਉਠਾਉਣਾ ਚਾਹਿਆ, ਉੱਠਿਆ ਨਹੀਂ ਗਿਆ। ਇਉਂ ਮਹਿਸੂਸ ਹੋਇਆ ਜਿਵੇਂ ਸਾਰੇ ਸਰੀਰ ਦੀ ਗੰਢ ਵੱਜ ਗਈ ਹੋਵੇ। ਇਹਨਾਂ ਨੂੰ ਛੱਡ ਕੇ ਫਿਰ ਉਹ ਘਰ ਗਿਆ ਅਤੇ ਦੁੱਧ ਲੈ ਆਇਆ। ਆਪਣੇ ਲੋੜ ਅਨੁਸਾਰ ਛਕ ਲਿਆ। ਫਿਰ ਉਸ ਨੇ ਕਿਹਾ, ਤੈਨੂੰ ਤੇਰੇ ਘਰ ਕਿਵੇਂ ਪਹੁੰਚਾਵਾਂ? ਤੈਥੋਂ ਤਾਂ ਉੱਠਿਆ ਨਹੀਂ ਜਾਂਦਾ।
ਉਹ ਪਿੰਡ ਵਿੱਚ ਜਾ ਕੇ ਮਹਿਰੇ ਝਿਊਰ ਵਹਿੰਗੀ ਵਾਲੇ ਨੂੰ ਲੈ ਆਇਆ। ਸਾਰੀ ਗੱਲ ਸਮਝਾ ਕੇ ਕਿੱਥੇ ਪਹੁੰਚਾਉਣਾ ਹੈ ਅਤੇ ਜੋ ਉਸਨੇ ਮਿਹਨਤ ਮੰਗੀ ਉਸਨੂੰ ਦੇ ਦਿੱਤੀ। ਫਿਰ ਮਹਿਰੇ ਨੇ ਵਹਿੰਗੀ ਦੇ ਇੱਕ ਪਾਸੇ ਪਾਣੀ ਦਾ ਘੜਾ ਭਰ ਕੇ ਰੱਖ ਲਿਆ, ਦੂਜੇ ਪਾਸੇ ਪੀੜੀ ਡਾਹ ਕੇ ਇਹਨਾਂ ਨੂੰ ਬਿਠਾ ਕੇ ਚੱਲ ਪਿਆ। ਤੁਰਦੇ ਤੁਰਦੇ ਨੂੰ ਜਿੱਥੇ ਦੁਪਹਿਰਾ ਹੋ ਗਿਆ ਉੱਥੇ ਛਾਂ ਵੇਖ ਕੇ ਉਸਨੇ ਦੁਪਹਿਰਾ ਕੱਟਣ ਲਈ ਵਹਿੰਗਾ ਰੱਖ ਦਿੱਤਾ ਅਤੇ ਆਪ ਜੀ ਨੂੰ ਆਪਣੇ ਕੋਲ ਹੀ ਬ੍ਰਿਸ਼ ਦੇ ਨਾਲ ਢੋ ਜਿਹਾ ਲਵਾ ਕੇ ਬਿਠਾ ਦਿੱਤਾ। ਆਪ ਸੌਂ ਗਿਆ। ਇੱਥੋਂ ਦੁਪਹਿਰ ਦੇ ਸਮੇਂ ਇੱਕ ਵਾਰ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਹੋਏ। ਉਹ ਬਚਨ ਆਪ ਹੀ ਮਹਾਂਪੁਰਖਾਂ ਨੇ ਸੁਣਾਇਆ ਸੀ। ਦੂਜੀ ਵਾਰ ਦਰਸ਼ਨ ਹੋਣ ਦੇ ਨਾਲ ਮਨੋ ਅਵਸਥਾ ਹੋਰ ਵੀ ਉੱਚੀ ਹੋ ਗਈ। ਫਿਰ ਤਾਂ ਪੱਤੇ ਪੱਤੇ ਵਿੱਚ ਨੂਰ ਹੀ ਨੂਰ ਦਿਸੇ। ਇਸ ਅਵਸਥਾ ਨੂੰ ਭਾਈ ਗੁਰਦਾਸ ਜੀ ਨੇ ਸਾਨੂੰ ਸਮਝਾਉਣ ਲਈ ਕੁਝ ਇਹਨਾਂ ਅੱਖਰਾਂ ਦੁਆਰਾ ਵਰਣਨ ਕੀਤਾ ਹੈ। ਚਰਨ ਕਮਲ ਭਜ ਕਮਲ ਪ੍ਰਗਾਸ ਭਏ ਦਰਸ ਦਰਸ ਸਮ ਦਰਸ ਦਿਖਾਏ ਹੈ ਸ਼ਬਦ ਸੁਰਤ ਅਨਹਦ ਲਿਵਲੀਨ ਭਏ ਉਨਮਨ ਮਗਨ ਗਗਨ ਪੁਰਸ਼ਾਏ ਹੈ ਪ੍ਰੇਮ ਰਸ ਬਸ ਹੋਏ ਬਿਸਮ ਬੇਦੇਹ ਭਏ ਅਤ ਅਚਰਜ ਹੈ ਮੈਂ ਹੇਰਤ ਹਿਰਾਏ ਹੈ ਗੁਰਮੁਖ ਸੁਖ ਫਲ ਮਹਿਮਾ ਅਗਾਧ ਬੋਧ ਅਕਥ ਕਥਾ ਵਿਨੋਦ ਕਹਿਤ ਨ ਆਏ ਹੈ ਸਤਿਗੁਰ ਦਰਸ਼ਨ ਸ਼ਬਦ ਅਗਾਧ ਬੋਧ ਅਭਿਗਤ ਗਤ ਨੇਤ ਨੇਤ ਨਮੋ ਨਮ ਹੈ ਦਰਸ ਧਿਆਨ ਅਰ ਸ਼ਬਦ ਗਿਆਨ ਲਿਵ ਗੁਪਤ ਪ੍ਰਗਟ ਠਟ ਪੂਰਨ ਬ੍ਰਹਮ ਹੈ ਨਿਰਗੁਣ ਸਰਗੁਣ ਕੁਸਮਾਵਲੀ ਸੁਗੰਧ ਸੰਧ ਏਕ ਓ ਅਨੇਕ ਰੂਪ ਗਮਿਤਾ ਅਗੰਮ ਹੈ ਪਰਮਦ ਭੁਤ ਅਚਰਜੇ ਅਚਰਜ ਮੈਂ ਅਕਥ ਕਥਾ ਅਲਖ ਬਿਸਮੈ ਬਿਸਮ ਹੈ ਚਰਨ ਕਮਲ ਕੋ ਮਹਾਤਮ ਅਗਾਧ ਬੋਧ ਅਤ ਅਚਰਜ ਮੈਂ ਨਮੋ ਨਮੋ ਨਮ ਹੈ ਕੋਮਲ ਕੋਮਲਤਾ ਔ ਸੀਤਲ ਸੀਤਲਤਾ ਕੇ ਬਾਸਨ ਸੁਬਾਸ ਤਾਸ ਦੁਤੀਆ ਨਾ ਸਮ ਹੈ ਸਹਿਜ ਸਮਾਦ ਨਿਜ ਆਸਨ ਸਿੰਘਾਸਨ ਸਵਾਦ ਬਿਸਮਾਦ ਰਹਿ ਰਸਰੀਮਤਾ ਅਗੰਮ ਹੈ ਰੂਪ ਕੇ ਅਨੂਪ ਰੂਪ ਮਨ ਬਨਸਾ ਥਕਤ ਅਕਥ ਕਥਾ ਵਿਨੋਦ ਬਿਸਮੇ ਬਿਸਮ ਹੈ। ਇਸ ਅਵਸਥਾ ਨੂੰ ਵਰਣਨ ਕਰਨਾ ਸਤਿਗੁਰੂ ਨਾਨਕ ਦੱਸਦੇ ਹਨ। ਨਾਨਕ ਕਥਨਾ ਕਰੜਾ ਸਾਰ। ਫਿਰ ਵੀ ਬਾਣੀ ਦੁਆਰਾ ਗੁਰੂ ਸਾਹਿਬ ਨੇ ਭਗਤਾਂ ਨੇ ਭਾਈ ਗੁਰਦਾਸ ਵਰਗੇ ਬ੍ਰਹਮ ਗਿਆਨੀ ਗੁਰਸਿੱਖਾਂ ਨੇ ਜੋ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਹੈ ਉਸ ਨੂੰ ਸਾਡੇ ਸਮਝ ਗੋਚਰ ਕਰਨ ਲਈ ਅੱਖਰਾਂ ਦੁਆਰਾ ਇਉਂ ਹੀ ਵਰਣਨ ਕੀਤਾ ਹੈ, ਪਰ ਸਰੀਰ ਨੂੰ ਹਰਕਤ ਵਿੱਚ ਲਿਆਉਣਾ ਮੁਸ਼ਕਿਲ ਸੀ। ਇਹ ਵੀ ਇੱਕ ਕੋਈ ਕੁਦਰਤੀ ਪ੍ਰੀਖਿਆ ਹੀ ਸੀ। ਦੁਪਹਿਰਾ ਢਲਣ ਤੋਂ ਬਾਅਦ ਵਹਿੰਗੀ ਵਾਲਾ ਚੱਲ ਪਿਆ। ਆਥਣ ਤੱਕ ਮਨਸੂਰਵਾਲ ਪਹੁੰਚ ਗਿਆ। ਜਦੋਂ ਘਰ ਗਏ ਤਾਂ ਮਾਤਾ ਵੇਖ ਕੇ ਬੜੀ ਹੈਰਾਨ ਵੀ ਹੋਈ ਅਤੇ ਇੱਕ ਇੰਨੇ ਚਿਰ ਪਿੱਛੋਂ ਘਰ ਆਏ ਕਈ ਵਰ੍ਹੇ ਹੀ ਬਾਹਰ ਲੰਘ ਗਏ ਸਨ। ਦੂਸਰਾ ਬਾਬਾ ਜੀ ਘਰੋਂ ਚਲੇ ਜਾਣ ਦੇ ਬਾਅਦ ਪਿਤਾ ਜੀ ਸਰੀਰ ਤਿਆਗ ਗਏ ਸਨ। ਇੱਕ ਬਾਬਾ ਜੀ ਘਰੋਂ ਬਿਮਾਰ ਹੋ ਕੇ ਗਏ ਸਨ। ਸਭ ਗੱਲਾਂ ਰਲ ਗਈਆਂ। ਮਾਤਾ ਨੇ ਵੈਰਾਗ ਬੜਾ ਕੀਤਾ, ਗਲ ਲੱਗ ਕੇ ਰੋਈ ਅਤੇ ਕਿਹਾ, ਤੇਰੇ ਪਿਤਾ ਤੈਨੂੰ ਮਿਲਣ ਲਈ ਤਰਸਦੇ ਸੰਸਾਰ ਤੋਂ ਚਲੇ ਗਏ, ਤੂੰ ਕਿੱਧਰ ਚਲਾ ਗਿਆ ਸੀ। ਇਸ ਤਰ੍ਹਾਂ ਮਾਤਾ ਨੇ ਬਹੁਤ ਵੈਰਾਗ ਕੀਤਾ। ਆਪ ਆਪਣੇ ਰੰਗ ਮਸਤ ਰਹੇ, ਕੋਈ ਉੱਤਰ ਨਾ ਦਿੱਤਾ। ਵਹਿੰਗੇ ਵਾਲਾ ਤਾਂ ਇੱਕ ਰਾਤ ਕੱਟ ਕੇ ਵਾਪਸ ਚਲਾ ਗਿਆ, ਪਰ ਆਪ ਆਪਣੇ ਘਰ ਹੀ ਰਹੇ। ਘਰੇ ਟਿਕਾਣਾ, ਫਿਰ ਘਰੋਂ ਚਲੇ ਜਾਣਾ। ਮਾਤਾ ਜੀ ਨੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਿਹੋ ਜਿਹਾ ਇਲਾਜ ਉਸ ਵੇਲੇ ਦਵਾਈ ਆਦਿਕ ਸੀ ਉਹ ਕਰਦੇ ਰਹੇ। ਉਸ ਵੇਲੇ ਬਾਬਾ ਜੀ ਦੀ ਉਮਰ ਤਕਰੀਬਨ 26 ਕੁ ਸਾਲ ਦੀ ਸੀ, ਪਰ ਸਰੀਰ ਉਸੇ ਤਰ੍ਹਾਂ ਬਿਮਾਰ ਸੀ। ਇਲਾਜ ਨਾਲ ਕੋਈ ਫਰਕ ਨਹੀਂ ਪਿਆ। ਜੋ ਸਿਮਰਨ ਦਾ ਪ੍ਰਵਾਹ ਸੀ ਉਹ ਨਿਰੰਤਰ ਚੱਲ ਰਿਹਾ ਸੀ। 6 ਮਹੀਨੇ ਮਾਤਾ ਜੀ ਹੀ ਸੇਵਾ ਸੰਭਾਲ ਕਰਦੇ ਰਹੇ। ਮੰਜੇ ਉੱਤੇ ਪਿਆਂ ਦਾ ਹੀ ਟੱਟੀ ਪਿਸ਼ਾਬ ਮਾਤਾ ਜੀ ਕਰਾਉਂਦੇ ਰਹੇ। ਇੱਕ ਦਿਨ ਮਾਤਾ ਜੀ ਕਿਤੇ ਬਾਹਰ ਗਏ ਸਨ। ਆਪ ਜੀ ਨੂੰ ਟੱਟੀ ਪਿਸ਼ਾਬ ਦੀ ਹਾਜਤ ਹੋਈ। ਘਰ ਦੇ ਕਿਸੇ ਹੋਰ ਨੇ ਧਿਆਨ ਨਾ ਕੀਤਾ। ਵੱਡੀ ਭਰਜਾਈ ਨੂੰ ਕਿਹਾ ਤਾਂ ਉਹਨੇ ਸੰਭਾਲਣ ਦੀ ਥਾਂ ਉਲਟੀ ਬੋਲੀ ਮਾਰੀ, ਆ ਵੜਿਆ ਵਾਪਸ, ਤੈਨੂੰ ਝੱਲਿਆ ਨਾ ਕਿਸੇ ਨੇ। ਸਾਡਾ ਰੋਟੀ ਪਾਣੀ ਦਾ ਵੇਲਾ ਹੈ। ਇਸ ਨੇ ਰੋਟੀ ਖਾਣੀ ਵੀ ਦੁੱਬਰ ਕਰ ਦਿੱਤੀ ਹੈ। ਹੋਰ ਵੀ ਅਨੇਕ ਤਰ੍ਹਾਂ ਦੇ ਕੌੜੇ ਬਚਨ ਕਹੇ, ਪਰ ਸੰਭਾਲਿਆ ਨਹੀਂ। ਆਪ ਜੀ ਨੇ ਉਸ ਵਕਤ ਹੀ ਕਿਹਾ, ਇਹ ਨਿਰੰਕਾਰ ਤੇਰੀ ਰਜ਼ਾ ਹੈ, ਤੂੰ ਇਹੋ ਕਰਵਾਉਣਾ ਸੀ ਸਾਡੇ ਨਾਲ। ਉਸੇ ਵੇਲੇ ਮੰਜੇ ਦੀ ਪੈਂਦ ਵਿੱਚ ਲੱਤਾਂ ਫਸਾ ਕੇ ਜ਼ੋਰ ਮਾਰਿਆ। ਉਸੇ ਵਕਤ ਸਭ ਜੋੜ ਤੜਾਕ ਤੜਾਕ ਕਰਕੇ ਖੁੱਲ੍ਹ ਗਏ। ਉਸ ਵੇਲੇ ਤਕਲੀਫ ਤਾਂ ਬਹੁਤ ਹੋਈ।
ਉਸੇ ਵੇਲੇ ਹੀ ਉੱਠ ਕੇ ਮੰਜੇ ਤੋਂ ਹੇਠਾਂ ਬੋਰੀ 'ਤੇ ਬੈਠ ਗਏ। ਮਾਂ ਵੀ ਬਾਹਰੋਂ ਆ ਗਈ। ਬੈਠੇ ਦੇਖ ਕੇ ਬੜੀ ਖੁਸ਼ ਹੋਈ। ਕਹਿਣ ਲੱਗੀ, ਅੱਜ ਕੌਣ ਠੀਕ ਕਰ ਗਿਆ? ਆਪ ਬੋਲੇ, ਜਿਸ ਨੇ ਗੰਢ ਬੰਨ੍ਹੀ ਸੀ ਉਹੀ ਖੋਲ ਗਿਆ ਹੈ। ਉਸ ਤੋਂ ਬਾਅਦ 15 ਕੁ ਦਿਨ ਵਿੱਚ ਤੁਰਨ ਫਿਰਨ ਜੋਗੇ ਹੋ ਗਏ। ਟੱਟੀ ਪਿਸ਼ਾਬ ਵੀ ਬਾਹਰ ਜਾਣ ਲੱਗ ਪਏ। ਇੱਕ ਦਿਨ ਮਾਤਾ ਨੂੰ ਕਹਿਣ ਲੱਗੇ, ਮਾਤਾ ਹੁਣ ਮੈਨੂੰ ਤੋਰ ਦੇ। ਮਾਂ ਨੇ ਕਿਹਾ ਕਿ ਅਜੇ ਠਹਿਰ ਜਾ, ਕੁਝ ਹੋਰ ਤਕੜਾ ਹੋ, ਖੁਰਾਕ ਖਾ ਕੇ ਚਲਾ ਜਾਵੀਂ। ਅਜੇ ਤੂੰ ਬਾਹਰ ਜਾਣ ਦੀ ਖੇਚਲ ਝੱਲਣ ਜੋਗਾ ਨਹੀਂ, ਕਮਜ਼ੋਰ ਹੈ। ਫਿਰ ਬਾਬਾ ਜੀ ਨੇ ਭਰਜਾਈ ਵਾਲੀ ਸਾਰੀ ਗੱਲ ਦੱਸ ਕੇ ਕਹਿਣ ਲੱਗੇ, ਲੈ ਮਾਂ, ਤੂੰ ਸਾਡੀ ਸੇਵਾ ਬਹੁਤ ਕੀਤੀ ਹੈ। ਤੇਰੀ ਸੇਵਾ ਸਦਕੇ ਤੇਰੀ ਬੰਸ ਰਹੇਗੀ। ਉਹ ਵੀ ਇੱਕ ਭਾਈ ਦੀ, ਹੋਰ ਕਿਸੇ ਦੀ ਔਲਾਦ ਨਹੀਂ ਰਹਿਣੀ। ਸਭ ਮਰ ਖੱਪ ਜਾਣਗੇ। ਜਿਹੜੇ ਬਚੇ ਉਹਨਾਂ ਨੂੰ ਰੋਟੀ ਵੀ ਮੁਸ਼ਕਲ ਨਾਲ ਜੁੜੇਗੀ। ਔਲਾਦ ਤਾਂ ਇੱਕ ਭਾਈ ਦੀ ਹੀ ਕਾਇਮ ਹੈ, ਹੋਰ ਕਿਸੇ ਦੀ ਨਹੀਂ। ਘਰੋਂ ਵੀ ਕੰਮ ਠੀਕ ਹੀ ਹੈ। ਪਿੱਛੇ ਤਾਂ ਹਾਲਤ ਪਤਲੀ ਹੀ ਸੀ, ਪਰ ਹੁਣ ਕੁਝ ਚੰਗੀ ਹੈ। 3 ਘਰ ਹਨ, ਇੱਕ ਕੋਲ ਨੰਬਰਦਾਰੀ ਹੈ, 2 ਹੋਰ ਹਨ। ਸੁਣ ਕੇ ਮਾਤਾ ਦੇ ਚਿੱਤ ਨੂੰ ਬਹੁਤ ਦੁੱਖ ਹੋਇਆ। ਮਾਤਾ ਨੇ ਬੜਾ ਜ਼ੋਰ ਲਾਇਆ ਕਿ ਨਾ ਜਾ, ਪਰ ਆਪ ਰਹਿਣ ਲਈ ਤਿਆਰ ਨਾ ਹੋਏ। ਫਿਰ ਮਾਤਾ ਨੇ ਕਿਹਾ, ਤੂੰ ਕਿੱਥੇ ਜਾਵੇਂਗਾ? ਆਪ ਕਹਿਣ ਲੱਗੇ, ਜਿਵੇਂ ਵਹਿੰਗੀ ਵਿੱਚ ਕੋਈ ਇੱਥੇ ਛੱਡ ਗਿਆ ਹੈ, ਉਵੇਂ ਹੀ ਤੁਸੀਂ ਮੈਨੂੰ ਵਹਿੰਗੀ 'ਤੇ ਉਸੇ ਪਿੰਡ ਪਹੁੰਚਾ ਦਿਓ। ਅੱਗੇ ਮੈਂ ਆਪੇ ਹੌਲੀ ਹੌਲੀ ਚਲਾ ਜਾਵਾਂਗਾ। ਅਖੀਰ ਮਾਤਾ ਨੇ ਮਜਬੂਰ ਹੋ ਕੇ ਭਰੇ ਦਿਲ ਨਾਲ 3 ਕੱਪੜੇ ਖੱਦਰ ਦੇ, ਇੱਕ ਕੁੜਤਾ, ਇੱਕ ਚਾਦਰ, ਇੱਕ ਦੁਪੱਟਾ ਅਤੇ ਇੱਕ ਛੋਟੀ ਜਿਹੀ ਕੁੱਜੀ ਵਿੱਚ ਸ਼ੇਰ ਘਿਓ ਪਾ ਕੇ ਝਿਊਰ ਨੂੰ ਸੱਦ ਕੇ ਉਸੇ ਤਰ੍ਹਾਂ ਵਹਿੰਗੀ ਵਿੱਚ ਬਿਠਾ ਕੇ ਜਿੱਥੋਂ ਅੱਗੇ ਆਏ ਸਨ, ਮਨਸੂਰਵਾਲ ਤੋਂ ਕੁਝ ਦੂਰ ਬਾਟ ਪਹੁੰਚਾ ਦਿੱਤਾ। ਬਾਬਾ ਜੀ ਉਸੇ ਤਰ੍ਹਾਂ ਮਸਤ ਹਾਲਤ ਵਿੱਚ ਰਹਿੰਦੇ ਸਨ। ਸੰਤਨ ਅਵਰ ਨ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੇ, ਜਾਕੋ ਪਾਖ ਸੁਆਮੀ। ਰਹਾਓ। ਸਿਮਰਨ ਨਿਰੰਤਰ ਮੂਲ ਮੰਤਰ ਦਾ ਦਿਨ ਰਾਤ ਕਰਦੇ ਰਹਿੰਦੇ ਸਨ। ਜਦੋਂ ਕਿਤੇ ਚਿੱਤ ਮੰਨਣਾ, ਮੰਗ ਕੇ ਰੋਟੀ ਖਾ ਲੈਣੀ, ਨਹੀਂ ਤਾਂ ਆਨੰਦ ਵਿੱਚ ਹੀ ਰਹਿਣਾ। ਫਿਰ ਕਿਤੇ ਹੋਰ ਪਾਸੇ ਨੂੰ ਚੱਲ ਪਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।